अब देख रहे हैं नवोदय टाइम्स पंजाब केसरी टीवी। खेती बिल को लेकर शिरोमणि अकाली दल की जो केंद्रीय मंत्री थी हरसिमरत कौर बादल, उन्होंने इस्तीफा दे दिया है। और कांग्रेस की आगे की क्या रणनीति है, हमारे साथ लोकसभा सांसद गुरजीत सिंह औजला है। औजला जी, अब कांग्रेस की क्या प्लानिंग रहने वाली है? ਕਾਂਗਰਸ ਦੀ ਪਲੈਨਿੰਗ ਤੇ ਪਹਿਲਾਂ ਵੀ ਬੜੀ ਕਲੀਅਰ ਹੈ, ਉਹਦੇ 'ਚ ਤਾਂ ਕੋਈ ਦੋ ਰਾਏ ਨਹੀਂ। ਕਾਂਗਰਸ ਹਮੇਸ਼ਾ ਹੀ ਪੰਜਾਬ ਨਾਲ ਖੜੀ ਹੈ, ਕਾਂਗਰਸ ਕਿਸਾਨ ਨਾਲ ਖੜੀ ਹੈ। ਔਰ ਉਹ ਜਿੱਦਣ ਆਰਡੀਨੈਂਸ ਆਇਆ ਸੀ ਜਿੱਦਣ ਇਹਨਾਂ ਕੈਬਨਿਟ 'ਚੋਂ ਪਾਸ ਕੀਤਾ ਆ 5 ਜੂਨ ਨੂੰ, ਉਦੋਂ ਤੋਂ ਲੈ ਕੇ ਕਾਂਗਰਸ ਦੀ ਬੜੀ ਕਲੀਅਰ ਪਿਕਚਰ ਹੈ। ਉਹਦੇ 'ਚ ਤਾਂ ਕੋਈ ਦੋ ਰਾਏ ਨਹੀਂ ਹੈ। ਚਾਹੇ ਪਾਣੀਆਂ ਦੇ ਮਸਲੇ ਹੋਣ, ਚਾਹੇ ਇਹ ਮਸਲੇ ਹੋਣ, ਪੰਜਾਬ 'ਚ ਹਮੇਸ਼ਾ ਹੀ ਕਾਂਗਰਸ ਪੰਜਾਬ ਨਾਲ खड़ी है। लेकिन ओजला जी, अगर बात करें अब बीजेपी भी आरोप लगा रही है और शिरोमणि अकाली दल भी आरोप लगा रहा है कि कांग्रेस इस पूरे मुद्दे पर राजनीति कर रही है, क्योंकि जो मैनिफेस्टो आपका 2019 की लोकसभा का जो मैनिफेस्टो था, उसमें ये जो कृषि बिल था, ये उसमें आपने नॉमिनेट कर रखा था। देखो, किसानी ਨੂੰ ਚੰਗਾ ਕਰਨਾ ਹੈ, ਉਹ ਸਾਰੇ ਕਹਿੰਦੇ ਚੰਗਾ ਕਰਾਂਗੇ, ਪਰ ਇਹ ਤਾਂ ਕਿਤੇ ਨਹੀਂ ਸੀ ਲਿਖਿਆ ਕਿ ਕਿਸਾਨੀ ਨੂੰ ਇਹੋ ਜਿਹੇ ਕਾਨੂੰਨ ਲੈ ਕੇ ਆਵਾਂਗੇ ਜਿਹਦੇ ਤੇ ਕਿਸੇ ਸਰਕਾਰ ਦਾ ਨਿਰੰਤਰ ਨਹੀਂ ਰਹੂਗਾ, ਪ੍ਰਾਈਵੇਟ ਪਲੇਅਰ ਦੇ ਹੱਥ ਜ਼ਮੀਂਦਾਰ ਦੀ ਧੌਣ ਫੜਾ ਦੇਵਾਂਗੇ। ਇਹ ਤਾਂ ਕਿਤੇ ਨਹੀਂ ਸੀ ਅਸੀਂ ਲਿਖਿਆ। ਉਹ ਤਾਂ ਹਰ ਕੋਈ ਜਦੋਂ ਕੋਈ ਸਰਕਾਰ ਕੋਈ ਇਲੈਕਸ਼ਨ ਲੜਦੀ ਹੈ ਜਾਂ ਕੋਈ ਪਾਰਟੀ ਲੜਦੀ ਹੈ ਤਾਂ ਉਹ ਸਾਰੇ ਜਿਹੜੇ ਸਮਾਜ ਦੇ ਪੱਖ ਹੁੰਦੇ ਉਹਨਾਂ ਨੂੰ ਕਿੱਦਾਂ ਉੱਪਰ ਲੈ ਕੇ ਜਾ ਸਕਦੇ, ਆਪਣੀ ਗੱਲ ਰੱਖਦੇ ਨੇ। ਸੋ ਰਾਜਨੀਤੀ ਤੇ ਇਹ ਕਰ ਰਹੇ ਨੇ, ਇਹ ਕਿਸਾਨੀ ਨੂੰ ਰਾਜਨੀਤੀ ਦੀ ਆੜ ਦੇ ਹੇਠ, ਕਿਉਂਕਿ ਰਾਜਨੀਤੀ ਜਦੋਂ ਇਲੈਕਸ਼ਨ ਹੁੰਦੀ ਹੈ, ਤੁਹਾਨੂੰ ਬਹੁਮਤ ਪ੍ਰਾਪਤ ਹੋ ਗਈ ਹੈ, ਤੇ ਤੁਸੀਂ ਦੇਸ਼ ਦੇ ਚੰਗੇ ਲਈ ਕੰਮ ਕਰੋ। ਤੁਸੀਂ ਉਹ ਰਾਜਨੀਤੀ ਜਿਹੜੀ ਹੈ, ਇੱਕ ਪ੍ਰਾਈਵੇਟ ਬੰਦਿਆਂ ਦੇ ਹੱਥ ਤੁਸੀਂ ਕਿਸਾਨ ਨੂੰ ਵੇਚਣ ਜਾ ਰਹੇ ਜੇ, ਕਿਸਾਨ ਦੀਆਂ ਜ਼ਮੀਨਾਂ ਜਿਹੜੀਆਂ ਉਹ ਐਗਰੀਮੈਂਟ ਕਰਨ ਜਾ ਰਹੇ ਜੇ, ਜਿਹੜਾ ਵਿਚਾਰਾ ਛਡਾ ਹੀ ਨਹੀਂ ਪਾਊਗਾ, ਤੇ ਉਹ ਰਾਜਨੀਤੀ ਹੈ। ਇਹ ਰਾਜਨੀਤੀ ਨਹੀਂ ਗੀ। ਜੇ ਅਸੀਂ ਉਹਨਾਂ ਦੇ ਹੱਕ ਦੀ ਗੱਲ ਨਾ ਕਰੀਏ, ਇਹਨਾਂ ਨਾਲ ਸਹਿਮਤ ਹੋ ਜਾਈਏ, ਫਿਰ ਇਹ ਰਾਜਨੀਤੀ ਨਹੀਂ। ਸੋ ਸਾਡਾ ਕੰਮ ਆ, ਅਸੀਂ ਓਪੋਜੀਸ਼ਨ 'ਚ ਰਹਿ ਕੇ ਜਿੱਥੇ ਵੀ ਕੋਈ ਗਲਤ ਕੰਮ ਕਰਨਗੇ, ਅਸੀਂ ਇਹਨਾਂ ਨੂੰ ਉੱਥੇ ही अपोज कराएंगे। बीजेपी की तरफ से या केंद्रीय कृषि मंत्री की तरफ से कहा जा रहा है कि जो एमएसपी है वो बिल्कुल ख़त्म नहीं कर रहे हैं, सिर्फ ये मिसगाइड कर रहे हैं कांग्रेस। ਦੇਖੋ, ਐਮਐਸਪੀ ਤੇ ਬੜੀ ਕਲੀਅਰ ਜੀ ਗੱਲ ਹੈ। ਜਦੋਂ ਇੱਕ ਤੁਸੀਂ ਕਿਸਾਨ ਦੇ ਨਾਲ ਐਗਰੀਮੈਂਟ ਕਰਾ ਦੇਣਾ, ਪ੍ਰਾਈਵੇਟ ਕੰਪਨੀ ਦਾ ਰੇਟ ਉਹਨਾਂ ਤੈਅ ਕਰਨਾ ਹੈ। ਕੋਈ ਤੁਹਾਡੀ ਐਮਐਸਪੀ ਦੀ ਉੱਥੇ ਐਗਰੀਮੈਂਟ 'ਚ ਕਿਤੇ ਵੀ ਤੁਹਾਡੇ ਕਾਨੂੰਨ ਦੇ ਵਿੱਚ ਜਿਹੜਾ ਬਿੱਲ ਪਾਸ ਕੀਤਾ ਗਿਆ, ਉਹ ਲਿਖਿਆ ਨਹੀਂ ਗਿਆ ਕਿ ਐਮਐਸਪੀ ਤੋਂ ਘੱਟ ਤੁਸੀਂ ਕੋਈ ਖਰੀਦ ਨਹੀਂ ਪਾਊਗਾ ਪ੍ਰਾਈਵੇਟ ਕੰਪਨੀ। ਇਹੀ ਤਾਂ ਸਾਡੀ ਲੜਾਈ ਸੀ। ਜਦੋਂ ਉਹਨੇ ਆਪਣੀ ਮਰਜ਼ੀ ਨਾਲ ਕੀਮਤ ਤੈਅ ਕਰਨੀ ਹੈ, ਟੈਕਸ ਉਹਨੇ ਦੇਣਾ ਕੋਈ ਨਹੀਂ, ਕਾਨੂੰਨ ਸਟੇਟ ਦਾ ਉੱਤੇ ਲਾਗੂ ਕੋਈ ਨਹੀਂ, ਕੇਂਦਰ ਦਾ ਕਾਨੂੰਨ ਉੱਤੇ ਕੋਈ ਲਾਗੂ ਨਹੀਂ ਹੈਗਾ ਵੀ ਉਹਨੂੰ ਪੁੱਛ ਸਕੇ ਕੀ ਭਾਅ ਖਰੀਦੀ, ਕਿੰਨੀ ਖਰੀਦੀ, ਤੇ ਕੀ ਭਾਅ ਤੂੰ ਵੇਚ ਰਿਹਾ, ਤੇ ਕਿੰਨਾ ਤੂੰ ਭੰਡਾਰ ਕੀਤਾ। ਐਮਐਸਪੀ ਮੈਨੂੰ ਦੱਸੋ ਵੀ ਕਿੱਥੇ ਰਹਿ ਗਈ? ਐਮਐਸਪੀ ਹੈ ਕਿ ਕਹੀ ਜਾਣਾ ਕਿ ਐਮਐਸਪੀ, ਅਸੀਂ ਤਾਂ ਇਹਨਾਂ ਨੂੰ ਕਿਹਾ ਸੀ ਤੁਸੀਂ ਕਹੋ ਨਾ, ਬਾਕੀ ਗੱਲਾਂ ਕਹਿ ਕੇ ਹੋਈਆਂ ਨੇ। ਜੇ ਇਹਨਾਂ ਨੇ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਇਸ ਤਰੀਕੇ ਨਾਲ ਖਰੀਦ ਕਰਨਗੀਆਂ, ਇਸ ਤਰੀਕੇ ਦੇ ਨਾਲ ਐਗਰੀਮੈਂਟ ਕਰਨਗੀਆਂ, ਇਸ ਤਰੀਕੇ ਨਾਲ ਭੰਡਾਰ ਕਰਨਗੀਆਂ, ਤੇ ਉਹ ਲਿਖ ਕੇ ਕਾਨੂੰਨ ਬਣਿਆ ਤਦ ਹੀ ਹੋਇਆ ਨਾ। ਉਹਦੇ 'ਚ ਇੱਕ ਲਾਈਨ ਪਾਉਂਦੇ ਇਹਨਾਂ ਨੂੰ ਕਿੰਨਾ ਕੁ ਵੱਡਾ ਜ਼ੋਰ ਲੱਗਦਾ ਸੀ। ਕਹਿ ਦਿੰਦੇ ਵੀ ਜਿਹੜੇ ਵੀ ਐਗਰੀਮੈਂਟ ਹੋਣਗੇ ਉਹ ਐਮਐਸਪੀ ਰੇਟ ਜਿਹੜਾ ਤੈਅ ਕਰੂਗੀ ਸਰਕਾਰ, ਉਹ ਤੋਂ ਘੱਟ ਕੀਮਤ 'ਤੇ ਨਹੀਂ ਹੋਣਗੇ, ਉਹ ਤੋਂ ਉੱਪਰ ਹੋਣਗੇ। ਗੱਲ ਮੁੱਕ ਜਾਂਦੀ, ਸਾਰੇ ਸ਼ੰਕੇ ਮੁੱਕ ਜਾਂਦੇ ਕਿਸਾਨ ਦੇ। ਠੀਕ ਹੈ ਯਾਰ, ਇੰਨਾ ਭਾਅ ਸਾਨੂੰ ਮਿਲਣਾ। ਹੁਣ ਇੱਕ ਕਿਸਾਨ ਨੇ ਫਸਲ ਬੀਜਣੀ ਆ, ਉਹਨੂੰ ਪਤਾ ਮੈਂ ਤੇ 10,000 ਲਾਇਆ, 20,000 ਲਾਇਆ, ਮੇਰੇ ਬੱਚੇ ਵੀ ਪੜ੍ਹਾਉਣੇ ਆ, ਮੈਂ ਕੁੜੀ ਵੀ ਵਿਆਹੁਣੀ ਆ, ਮੈਂ ਕੋਈ 2 ਕਮਰੇ ਵੀ ਪਾਉਣੇ ਆ, ਮੈਂ ਕੋਈ ਵਿਆਹ ਸ਼ਾਦੀ ਵੀ ਕਰਨਾ ਆ, ਕੋਈ ਹੋਰ ਕਈ ਪਲਾਨ ਹੁੰਦੀਆਂ ਜ਼ਿੰਦਗੀ ਦੀਆਂ। ਉਹ ਤੈਅ ਕਰ ਲੈਂਦਾ ਵੀ ਇੰਨੇ ਚਿਰ 'ਚ ਮੈਨੂੰ ਇੰਨੇ ਪੈਸੇ ਸਰਕਾਰ ਨੇ, ਜਿੱਦਾਂ ਝੋਨੇ ਦੀ ਹੈ, ਕਣਕ ਦੀ ਹੈ, ਜੱਟ ਨੂੰ ਪਤਾ ਹੈ, ਮਤਲਬ ਜ਼ਿਮੀਂਦਾਰ ਨੂੰ ਕਿ ਇੰਨੇ ਪੈਸੇ ਮੈਨੂੰ ਆਉਣੇ ਆ। ਅੱਗੇ ਜ਼ਿਮੀਂਦਾਰ ਦੇ ਨਾਲ ਖੇਤ ਮਜ਼ਦੂਰ ਜੁੜਿਆ, ਉਹਦੇ ਨਾਲ ਹੋਰ ਸਹਾਇਕ ਧੰਦਿਆਂ ਵਾਲੇ ਜੁੜੇ ਨੇ। ਜਿੰਨੇ ਪਿੰਡ 'ਚ ਰਹਿਣ ਵਾਲੇ ਲੋਕ ਨੇ, ਉਹ 95 ਮਤਲਬ 99% ਹੀ ਕਹਿ ਸਕਦੇ ਜੇ ਕਿ ਉਹ ਲੋਕ ਖੇਤੀ 'ਤੇ ਡਿਪੈਂਡ ਨੇ। ਕੁਛ ਲੋਕ ਜਿਹੜੇ ਫੌਜ 'ਚ ਭਰਤੀ ਨੇ ਜਾਂ ਆਰਮੀ 'ਚ ਭਰਤੀ ਨੇ ਜਾਂ ਕੁਛ ਜਗ੍ਹਾ 'ਤੇ ਨੇ, ਅਦਰਵਾਈਜ਼ ਸਾਰੇ ਕਿਸਾਨੀ ਨਾਲ ਧੰਦੇ। ਉਹਨਾਂ ਨੂੰ ਪਤਾ ਹੁੰਦਾ ਕਿ ਇੰਨੇ ਪੈਸੇ ਸਾਨੂੰ ਆਉਣੇ ਸੀ, ਇੰਨੇ ਨਾਲ ਅਸੀਂ ਗੁਜ਼ਾਰਾ ਕਰਨਾ। ਪਰ ਹੁਣ ਜਦੋਂ ਇੱਕ ਪ੍ਰਾਈਵੇਟ ਕੰਪਨੀ ਦੇ ਉੱਤੇ ਪਾਤਾ ਸਾਰਾ ਕੁਝ, ਤੁਸੀਂ ਉਹ ਕਿਵੇਂ ਗੁਜ਼ਾਰਾ ਕਰੂਗਾ? लेकिन प्रधानमंत्री कह रहे हैं कि कमीशन खोर या बिचौलिया वो काफ़ी परेशान दिखाई दे रहे हैं इस बिल बनने की वजह से। ਦੇਖੋ, ਪ੍ਰਧਾਨ ਮੰਤਰੀ ਜੀ ਕੋਈ ਸ਼ੱਕ ਨਹੀਂ ਕਿ ਗੁਜਰਾਤ ਦੇ ਮੁੱਖ ਮੰਤਰੀ ਰਹੇ ਹੈ ਔਰ ਜ਼ਮੀਨੀ ਹਕੀਕਤ ਜਾਣਦੇ ਆ, ਪਰ ਜਦੋਂ ਦੇ ਉਹ ਕੇਂਦਰ ਦੇ ਵਿੱਚ ਬਤੌਰ ਪ੍ਰਧਾਨ ਮੰਤਰੀ ਕੰਮ ਕਰ ਰਹੇ ਆ, ਉਹ ਹਕੀਕਤ ਤੋਂ ਕੋਹਾਂ ਦੂਰ ਚਲੇ ਗਏ ਨੇ। ਅੱਜ 4-5 ਏਕੜ ਵਾਲਾ ਜਿਹੜਾ ਜ਼ਮੀਂਦਾਰ ਹੈ, ਜਿਹੜਾ ਕ੍ਰਿਸ਼ੀ ਕਰਨ ਵਾਲਾ ਬੰਦਾ ਹੈ, ਤੁਸੀਂ ਮੈਨੂੰ ਦੱਸੋ ਉਹਦੇ ਨਾਲ ਜਿਹੜਾ ਐਗਰੀਮੈਂਟ ਕਰਨ ਆਉਣਾ ਬੰਦੇ ਨੇ ਆ, ਉਹ ਇੱਕ ਵੱਡਾ ਹਜ਼ਾਰਾਂ ਕਰੋੜਾਂ ਵਾਲਾ ਲਾਅ ਫਰਮ ਹੈ, ਉਹਦੀ ਇੱਕ ਦਿਨ ਦਾ ਵਕੀਲ, ਇੱਕ ਵਕੀਲਾਂ ਦੀ ਵੱਡੀ ਕੰਪਨੀ ਜਿਹ 'ਚ ਕਈ ਵਕੀਲ ਰਲ ਕੇ ਮਤਲਬ ਉਹਦੇ ਹੱਕ 'ਚ ਐਗਰੀਮੈਂਟ ਬਣਾਉਂਦੇ ਨੇ। ਉਹ ਇੱਕ ਜੱਟ ਦੇ ਨਾਲ ਐਗਰੀਮੈਂਟ ਕਿੱਦਾਂ ਹੋਊਗਾ ਜੀ?
ਮੈਨੂੰ ਸਮਝਾਇਆ ਜਾਏ। ਇੱਕ ਜੱਟ ਜਿਹੜਾ ਅਨਪੜ੍ਹ ਜੱਟ ਆ, ਉਹਦਾ ਮੁੰਡਾ ਵੀ ਅਨਪੜ੍ਹ ਆ, ਉਹਦੇ ਕੋਲ ਸਕੂਲ ਨਹੀਂ ਪੜ੍ਹਾਉਣ ਜੋਗੇ ਹੈਗੇ ਚੱਜ ਦੇ, ਉਹਦੇ ਕੋਲ ਪੈਸੇ ਹੈ ਨਹੀਂ ਬੱਚੇ ਪੜ੍ਹਾਉਣ ਜੋਗੇ, ਉਹ ਬੰਦਾ ਉਹਦਾ ਐਗਰੀਮੈਂਟ ਕਿੱਦਾਂ ਕਰੂਗਾ? ਉਹਨੂੰ ਤਾਂ ਤੁਸੀਂ ਖੁੱਲ੍ਹ ਦੇਤੀ ਐਗਰੀਮੈਂਟ, ਜਿੱਦਾਂ ਮਰਜ਼ੀ ਕਰ, 2 ਲੈਣਾ ਪਾਉਣ ਨਾਲ ਕਿਹਦੀ ਜ਼ਮੀਨ ਨਹੀਂ ਵਿਕੂਗੀ। ਉਹ ਜਦੋਂ ਇੱਕ ਅਪਾਹਜ ਹੋ ਗਿਆ, ਉਹਨੇ ਆਪਣੇ ਸੰਦ ਵੇਚਤੇ, ਟਰੈਕਟਰ ਵੇਚਤਾ, ਸਾਰਾ ਕੁਝ ਵੇਚਤਾ ਵੀ ਮੈਂ ਤੇ ਹੁਣ ਕੰਪਨੀ ਦੇ ਨਾਲ ਕੰਮ ਕਰ ਰਿਹਾ। ਤੇ ਕੰਪਨੀ ਕੱਲ੍ਹ ਨੂੰ ਕੀ ਗਰੰਟੀ ਹੈ ਜੀ ਕੰਪਨੀ ਉਹਦੇ ਉੱਥੇ ਰਹੂ? ਕੰਪਨੀ 5 ਸਾਲ ਦੀ ਹੈ ਨਾ, ਉਹ ਪਹਿਲੋਂ ਭੱਜ ਜੇ, ਕੰਪਨੀ ਦੀਵਾਲੀਆ ਕੱਢ ਜੇ, ਜਿੱਦਾਂ ਇਹਨਾਂ ਦੇ ਦੋਸਤਾਂ ਨੇ ਕੱਢੇ ਹੈ। ਵਿਜੇ ਮਾਲਿਆ ਦੀ ਗੱਲ ਕਰ ਲਓ, ਮੇਹੁਲ ਚੌਕਸੀ ਦੀ ਗੱਲ ਕਰ ਲਓ, ਇਹ ਕਿਹੜੇ ਕਿਹੜੇ ਵੱਡੇ ਸੀ ਜਿਨ੍ਹਾਂ ਬੈਂਕਾਂ ਨੂੰ ਡੁਬੋਤਾ ਹੈ, ਜਿਨ੍ਹਾਂ ਨੂੰ ਇੱਕ ਬੈਂਕ ਦੀਆਂ ਵੀ ਲਾਅ ਫਰਮਾਂ ਨੇ ਤੇ ਉਹਨਾਂ ਦੀਆਂ ਵੀ ਨੇ, ਤੇ ਉਹਨਾਂ ਦੇ ਲਾਅ ਚੈਂਬਰਾਂ ਦੇ ਨਾਲ ਮਤਲਬ ਇਹੋ ਜਿਹੇ ਐਗਰੀਮੈਂਟਾਂ ਦੇ ਵੀ ਉਹਨਾਂ ਨੂੰ ਫੜ ਨਹੀਂ ਸਕੇ। ਇਹ ਇੱਕ ਕਾਨੂੰਨ ਲਿਆ ਕੇ ਮਤਲਬ ਉਹ 'ਚ ਕਹਿ ਰਹੇ ਆ ਕਿ ਐਗਰੀਮੈਂਟ ਕਰਨ ਦੀ ਖੁੱਲ੍ਹ ਆ, ਸਟੇਟ ਉੱਤੇ ਕੋਈ ਕਾਨੂੰਨ ਨਹੀਂ ਲਾਗੂ ਹੁੰਦਾ, ਉਹ ਕਿੱਦਾਂ ਕਰ ਪਾਉਣਗੇ? ਤੁਸੀਂ ਕੋਈ ਸ਼ਿਕਾਇਤ ਨਹੀਂ ਕਰ ਪਾਉਂਦੇ ਪੁਲਿਸ ਨੂੰ ਕਿਸੇ ਨੂੰ ਉਹਦੇ ਦੀ, ਤੇ ਇਹ ਕੀ ਆ? ਇਹ ਕਿਸਾਨ ਦੇ ਹੱਕ 'ਚ ਹੈ। ਸੋ ਮੋਦੀ ਜੀ ਕਿਸਾਨ ਦੀ ਜਾਣਕਾਰੀ ਇਸ ਵੇਲੇ ਕੋਹਾਂ ਦੂਰ ਨੇ। ਉਹ ਕਿਉਂਕਿ ਪਿਛਲੇ 10 ਸਾਲ ਤੋਂ ਅੰਡਾਨੀ ਬਾਨੀ ਦੀਆਂ ਕੰਪਨੀਆਂ 'ਚ ਘੁੰਮ ਰਹੇ ਨੇ, ਉਹਨਾਂ ਨੇ ਜੋ ਸੁਪਨੇ ਵਿਖਾਏ ਦੇਸ਼ ਨੂੰ ਉਹ ਦੇਖ ਰਹੇ ਨੇ, ਔਰ ਸਿੱਧੇ ਤੌਰ ਦੇ ਉੱਤੇ ਈਸਟ ਇੰਡੀਆ ਕੰਪਨੀ ਵਾਂਗੂ, ਜਿੱਦਾਂ ਦੇਸ਼ ਤੋਂ ਪਹਿਲਾਂ ਕੰਪਨੀਆਂ ਆਈਆਂ ਸੀ ਅੰਗਰੇਜ਼ੀ, ਤੇ ਉਹਨਾਂ ਨੂੰ ਇਹ ਲੈ ਕੇ ਆ ਰਹੇ, FDI 100% ਉਹਨਾਂ ਨੂੰ ਦੇਣ ਜਾ ਰਹੇ ਕਿ ਇੱਥੇ ਆਓ, ਪੈਸਾ ਲਾਓ, ਆਹ ਕਿਸਾਨ ਬੈਠਾ ਆ, ਇਹਦੇ ਨਾਲ ਜਿਹੜੇ ਮਰਜ਼ੀ ਐਗਰੀਮੈਂਟ ਕਰੋ, ਤੁਹਾਨੂੰ ਕੋਈ ਨਹੀਂ ਪੁੱਛੂਗਾ, ਤੁਹਾਡੇ 'ਤੇ ਕੋਈ ਕਾਨੂੰਨ ਨਹੀਂ ਲਾਗੂ ਹੋਊਗਾ, ਕੋਈ ਟੈਕਸ ਨਹੀਂ ਤੁਸੀਂ ਦੇਣਾ, ਤੇ ਕਰੋ। कितने जाओ किसान? आपकी तरफ से लगातार पार्लियामेंट के अंदर प्रदर्शन किए जा रहे हैं। कल भी तस्वीर देखने को मिली, कांग्रेस के पंजाब के जो सांसद थे वो प्रदर्शन कर रहे थे। बिल्कुल प्रदर्शन तो करांगे, क्योंकि असी ओपोजिशन ते मतलब उत्थे ही करांगे ना जिथे मतलब बिल पास होना है। सो असी अंदर भी किया, बाहर भी किया, और बार बार करांगे, और अगे भी करते रहांगे ਜਦੋਂ तक ਇਹਨਾਂ ਨੂੰ ਕਿਸਾਨਾਂ ਨੂੰ ਨਿਆਂ ਨਹੀਂ ਮਿਲਦਾ। ਕਿਉਂਕਿ ਅਸੀਂ ਕਿਸਾਨ ਜਿਹੜਾ ਖਾਸ ਕਰ ਪੰਜਾਬ ਔਰ ਹਰਿਆਣਾ ਦਾ ਆ, ਇਹ ਕੱਲਾ ਖੇਤੀ 'ਚ ਨਾਲ ਦੇਸ਼ 'ਚ ਹਿੱਸਾ ਨਹੀਂ ਪਾਉਂਦਾ। ਇਹਦੀਆਂ ਮੈਕਸੀਮਮ ਕੁਰਬਾਨੀਆਂ ਜਿਹੜੀਆਂ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਜਿਹੜੀਆਂ ਦਿੱਤੀਆਂ ਗਈਆਂ, ਉਹ ਪਿੰਡਾਂ ਦੇ ਕਿਸਾਨ, ਖੇਤ ਮਜ਼ਦੂਰ, ਜਿਹੜੇ ਸ਼ਡਿਊਲ ਕਾਸਟ ਤਬਕਾ ਸੀ, ਜਿਹੜੇ ਕਿਸਾਨੀ ਨਾਲ ਸੰਬੰਧ ਰੱਖਦੇ, ਉਹਨਾਂ ਵੱਲੋਂ ਦਿੱਤੀਆਂ ਗਈਆਂ। ਦੇਸ਼ ਆਜ਼ਾਦ ਕਰਾਉਣ ਦੇ ਵਿੱਚ ਵੰਡ ਹੋਈ ਤਦ ਪੰਜਾਬ ਨੇ ਵੱਧ ਕੁਰਬਾਨੀਆਂ ਦਿੱਤੀਆਂ। ਦੇਸ਼ ਦੀ ਵੰਡ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਪੰਜਾਬ ਦਾ। ਪੰਜਾਬ ਦੇ 2 ਟੁੱਟੇ ਹੋ ਗਏ, ਲਹਿੰਦਾ ਪੰਜਾਬ ਤੇ ਚੜ੍ਹਦਾ। ਜਦ ਕਿੱਥੇ ਪੰਜਾਬ ਅਫਗਾਨਿਸਤਾਨ ਤੋਂ ਸ਼ੁਰੂ ਹੋ ਕੇ ਦਿੱਲੀ ਨਾਲ ਲੱਗਦਾ ਸੀ, ਔਰ ਅੱਜ ਪੰਜਾਬ ਅੱਧਾ ਰਹਿ ਗਿਆ। ਅੱਧੇ ਤੋਂ ਬਾਅਦ ਮਿਹਰਬਾਨੀ ਹੋਈ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਤੇ, ਉਹ ਅੱਧੇ 'ਚੋਂ ਵੀ ਤੀਜਾ ਹਿੱਸਾ ਰਹਿ ਗਿਆ। ਇੱਕ ਹਰਿਆਣਾ ਬਣ ਗਿਆ, ਇੱਕ ਹਿਮਾਚਲ ਬਣ ਗਿਆ। ਇਹਨਾਂ ਨੇ ਰਾਜਨੀਤੀ ਮਤਲਬ ਆਪਣੇ ਰਾਜਨੀਤੀ ਪੂਰਤੀ ਵਾਸਤੇ, ਆਪਣੇ ਆਪ ਨੂੰ ਵੱਡਾ ਕਰਨ ਵਾਸਤੇ ਪੰਜਾਬ, ਪੰਜਾਬੀ ਸੂਬਾ, ਇੱਕ ਛੋਟਾ ਜਿਹਾ ਪੰਜਾਬ ਲੈ ਲਿਆ। ਉਹ ਪੰਜਾਬ ਜਿਹਦਾ ਕਿਸਾਨ ਸ਼ੁਰੂ ਤੋਂ ਸੰਘਰਸ਼ ਕਰਦਾ ਆ, ਉਹ ਪੰਜਾਬ ਦਾ ਕਿਸਾਨ ਅੱਜ ਮੰਡੀਕਰਨ ਨੂੰ ਲੈ ਕੇ ਸੰਤੁਸ਼ਟ ਸੀ। ਅੱਜ ਮੰਡੀਕਰਨ ਨੂੰ ਲੈ ਕੇ ਉਹ ਆਪਣੇ ਆਪ ਦੇ ਵਿੱਚ ਸਮਝਦਾ ਸੀ ਕਿ ਸਰਕਾਰ ਦਾ ਚਲੋ ਕਣਕ ਝੋਨਾ ਚੱਲਦਾ ਆ, ਜਿੰਨਾ ਵੀ ਮਿਲਦਾ ਸੀ ਉਹਨੂੰ ਪਤਾ ਸੀ। ਉਹ ਜਿਹੜੇ ਵਿਚੋਲਗੀ ਦੀ ਤੁਸੀਂ ਗੱਲ ਕਰਦੇ ਆ, ਆੜਤੀਏ ਆ, ਜਿਹੜਾ 2-5 ਏਕੜ ਵਾਲਾ ਕਿਸਾਨ ਹੈ, ਉਹ ਆੜਤੀਏ ਦਾ ਉਹਦੇ 9 ਮਾਸ ਦਾ ਰਿਸ਼ਤਾ ਆ। ਉਹ ਤੇ ਹੁਣ ਵੈਸੇ ਹੀ ਨਿਕਲ ਗਿਆ ਸੀ ਵਿੱਚੋਂ। ਸਰਕਾਰ ਜਿਹੜੇ ਪੈਸੇ ਪਾਉਂਦੀ ਕਣਕ ਦੇ, ਝੋਨੇ ਦੇ, ਉਹ ਸਿੱਧੇ ਕਿਸਾਨ ਦੇ ਅਕਾਊਂਟ 'ਚ ਜਾਂਦੇ ਆ, ਕਿਸੇ ਆੜਤੀਏ ਦੇ ਅਕਾਊਂਟ 'ਚ ਨਹੀਂ ਜਾਂਦੇ। ਉਹ ਤਾਂ ਆਲਰੇਡੀ ਬਾਹਰ ਹੋ ਗਿਆ। ਉਹਦੇ ਨੂੰ ਕਿਸਾਨ ਦੀ ਮਰਜ਼ੀ ਹੈ ਨਾ ਕਿ ਆੜਤੀਏ ਨੂੰ ਜਿੰਨੀ ਮਜ਼ਦੂਰੀ ਤੈਅ ਕੀਤੀ ਉਹ ਮਿਲਦੀ ਸੀ, ਉਹਦਾ ਸ਼ੋਸ਼ਣ ਤਾਂ ਖਤਮ ਹੋ ਚੁੱਕਾ ਸੀ। ਪਰ ਉਹਨਾਂ ਗੱਲਾਂ ਦੀ ਆੜ ਦੇ ਵਿੱਚ ਮੇਰਾ ਖਿਆਲ ਪ੍ਰਧਾਨ ਮੰਤਰੀ ਜੀ ਨੂੰ 2-3 ਚੀਜ਼ਾਂ ਵੈਸੇ ਹੀ ਨਹੀਂ ਪਤਾ ਹੋਣੀਆਂ ਕਿ ਬਿੱਲ ਜਿਹੜੇ ਪੈਸੇ ਉਹ ਕਿਸਾਨ ਦੇ ਸਿੱਧੇ ਖਾਤੇ 'ਚ ਜਾ ਰਹੇ, ਆੜਤੀਏ ਦੇ ਉੱਥੋਂ ਵੈਸੇ ਹੀ ਮਾਈਨਸ ਹੈ। ਇਹ ਕਹਿੰਦੇ ਮੰਡੀਕਰਨ ਨੂੰ ਅਸੀਂ ਖੁੱਲ੍ਹੀ ਮੰਡੀ ਦੇ ਦਿੱਤੀ, ਜਿੱਥੇ ਮਰਜ਼ੀ ਕਿਸਾਨ ਲੈ ਜੀ। ਇਹ ਵੀ ਨਹੀਂ ਇਹਨਾਂ ਨੂੰ ਪਤਾ ਕਿ ਇਹ ਆਲਰੇਡੀ ਕਿਸਾਨ ਆ ਅਤੇ ਖੁੱਲ੍ਹੀ ਕਿਸਾਨ ਜਿੱਥੇ ਮਰਜ਼ੀ ਵੇਚ ਸਕਦਾ। ਇਹ ਤਾਂ ਪੁਰਾਣੇ ਨੂੰ ਹੱਕ ਘੂਕ ਨੇ, ਇਹ 'ਚ ਨਵਾਂ ਕੀ ਦੇ ਰਹੇ। ਇਹ ਸਿਰਫ ਇੱਕ ਚੀਜ਼ ਜਿਹੜੀ ਨਵੀਂ ਦੇ ਰਿਹਾ, ਉਹ ਦੇ ਰਹੇ ਆ ਕਿਸਾਨ ਦੀ ਧੌਣ ਨੂੰ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ 'ਚ ਫੜਾ ਦਿੱਤਾ ਹੈ। लगता है जिस तरीके से आपने शिरोमणि अकाली दल बादल की बात करी अभी, तो लगता है कि उन्होंने, जो केंद्रीय मंत्री हरसिमरत कौर बादल ने अपना इस्तीफा दे दिया है इस बिल को लेकर। ਜਿਹੜਾ ਬਿੱਲ ਨੂੰ ਅਸਤੀਫਾ ਦਿੱਤਾ ਹੈ, ਬਿੱਲ ਨੂੰ ਲੈ ਕੇ ਨਹੀਂ ਦਿੱਤਾ। ਬਿੱਲ ਨੂੰ ਲੈ ਕੇ ਅਸਤੀਫਾ ਦਿੰਦਾ ਤਾਂ ਤੇ 5 ਜੂਨ ਨੂੰ ਅਸਤੀਫਾ ਦੇ ਦੇਣਾ ਸੀ, ਜਦੋਂ ਕੈਬਨਿਟ 'ਚੋਂ ਬਿੱਲ ਲੈ ਕੇ ਆਏ ਸੀ, ਆਰਡੀਨੈਂਸ ਲੈ ਕੇ ਆਏ ਸੀ ਵੀ ਅਸੀਂ ਇਹ ਜਿਹੜੀਆਂ ਚੀਜ਼ਾਂ ਨੇ ਪਾਸ ਕਰਕੇ ਅਸੀਂ ਇੱਕ ਕਾਨੂੰਨ ਬਣਾਉਣ ਜਾ ਰਹੇ। ਉਦਣ ਇੱਕ ਸਟੇਟਸਮੈਨ ਵਾਂਗੂ ਬੀਬਾ ਜੀ ਨੂੰ ਚਾਹੀਦਾ ਸੀ ਬਾਹਰ ਆ ਕੇ ਰਿਜ਼ਾਈਨ ਕਰ ਦਿੰਦੇ। ਇਹਨਾਂ ਨੇ ਲਗਾਤਾਰ, ਚਾਹੇ ਗਵਰਨਰ ਨਾਲ ਮੁਲਾਕਾਤ ਦੀ ਗੱਲ ਹੋਵੇ, ਚਾਹੇ ਕਿਸਾਨ ਮੇਰੇ ਮੰਤਰੀ ਐਗਰੀਕਲਚਰ ਮਿਨਿਸਟਰ ਨੇ ਤੋਮਰ ਜੀ ਨੂੰ ਚੰਡੀਗੜ੍ਹ ਲਿਜਾਣ ਦੀ ਗੱਲ ਹੋਵੇ, ਲਗਾਤਾਰ ਇਸ ਬਿੱਲ ਦੇ ਹੱਕ 'ਚ ਪ੍ਰਚਾਰ ਕੀਤਾ ਕਿ ਇਹ ਬਹੁਤ ਵਧੀਆ ਕਿਸਾਨਾਂ ਦਾ ਬਿੱਲ ਹੈ, MSP ਨਹੀਂ ਜਾਊਗੀ।
ਤੇ ਨਾਲ ਉਹਦੇ ਪ੍ਰਚਾਰ ਕਰਨ ਤੋਂ ਬਾਅਦ ਜਦੋਂ ਕਿਸਾਨ ਜਥੇਬੰਦੀਆਂ ਦਾ ਦਬਾਅ ਵਧਿਆ, ਜਦੋਂ ਕਿਸਾਨ ਜਥੇਬੰਦੀਆਂ ਨੇ ਦਬਾਅ ਪਾਇਆ ਕਿ ਇਹ ਜਿਹੜਾ ਬਿੱਲ ਹੈ ਇਹਦੇ ਵਿਰੁੱਧ 'ਚ ਅਸੀਂ ਤੁਹਾਨੂੰ ਪਿੰਡਾਂ 'ਚ ਨਹੀਂ ਆਉਣ ਦੇਣਾ, ਅਸੀਂ ਤੁਹਾਨੂੰ ਤੁਹਾਡੇ ਘਰਾਂ 'ਚ ਨਹੀਂ ਵੜਨ ਦੇਣਾ, ਔਰ ਇੱਥੋਂ ਤੱਕ ਤੁਹਾਨੂੰ ਪਤਾ ਕਿ ਬਿਜ਼ਨਸ ਨੈਟਵਰਕ ਜਿਹੜਾ ਆ ਇਸ ਪਰਿਵਾਰ ਦਾ ਵੀ ਪੰਜਾਬ 'ਚ ਫੈਲਿਆ ਆ। ਸੁੱਖ ਵਿਲਾਸ ਹੋਟਲ, ਬੱਸਾਂ ਦਾ, ਹਜ਼ਾਰਾਂ ਬੱਸਾਂ ਦਾ ਫਲੀਟ ਇਹਨਾਂ ਦੇ ਕੋਲ ਹੈ। ਫਿਰ ਕੇਬਲ ਨੈਟਵਰਕ ਇਹਨਾਂ ਦਾ, ਉਹ ਕਿਸਾਨਾਂ ਨੇ ਚੱਲਣ ਦੇਣਾ ਸੀ। ਇਹਨਾਂ ਨੇ ਸਾਰੀਆਂ ਚੀਜ਼ਾਂ ਤੋਲ ਕੇ ਤੇ ਇਹਨਾਂ ਨੂੰ ਲੱਗਾ ਕਿ ਵਜ਼ਾਰਤ ਦੇ ਦੇਣੀ ਚਾਹੀਦੀ ਹੈ। ਵਜ਼ਾਰਤ ਇਸ ਵੇਲੇ ਘਾਟੇ ਦਾ ਸੌਦਾ ਬਣ ਗਈ। ਜੇ ਕਿਸਾਨ ਇਹਨਾਂ ਤੇ ਦਬਾਅ ਨਾ ਬਣਾਉਂਦੇ, 2 ਦਿਨ ਪਹਿਲਾਂ ਤੱਕ ਇਹ ਉਸ ਬਿੱਲ ਦੇ ਕਸੀਦੇ ਪੜ੍ਹ ਰਹੇ ਤੇ ਬਾਅਦ 'ਚ ਗੁੰਮਰਾਹ ਕਿੱਦਾਂ ਕਰਦੇ ਆ ਪਾਰਲੀਮੈਂਟ 'ਚ ਆ ਕੇ, ਸਾਨੂੰ ਪਤਾ ਨਹੀਂ ਲੱਗਾ ਕਿ ਬਿੱਲ ਏਡਾ ਮਾੜਾ ਸੀ। ਇਹਨਾਂ ਨੂੰ ਝੂਠ ਮਾਰਨ ਦੀ ਆਦਤ ਸ਼ੁਰੂ ਤੋਂ ਪਈ ਹੈ। ਸੋ ਉਹ ਜਿਹੜਾ ਅਸਤੀਫਾ ਆ ਉਹ ਤੇ ਉਸ ਸਮੇਂ ਦਿੱਤਾ ਜਦੋਂ ਉਹਨਾਂ ਨੇ ਇੱਕ ਚਿਖਾ ਚਿੰਨਤੀ ਤੇ ਅੱਗ ਲਾ ਦਿੱਤੀ ਤੇ ਉੱਥੇ ਆ ਕੇ ਖਲੋ ਗਏ, ਚਲੋ ਮੈਂ ਵੀ ਤੁਹਾਡੇ ਦੁੱਖ 'ਚ ਸ਼ਰੀਕ ਹਾਂ। ਜਦੋਂ ਉਹ ਚਿਖਾ ਬਣ ਰਹੀ ਸੀ, ਜਦੋਂ ਉਹਨੂੰ ਮਾਰਨ ਡਏ ਸੀ, ਕਿਸਾਨ ਨੂੰ ਮਾਰਨ ਦਾ ਮਨਸੂਬਾ ਬਣਾਉਣ ਡੇ, ਉਦੋਂ ਤਾਂ ਤੁਸੀਂ ਵਿੱਚ ਸੋ। ਜਦੋਂ ਕਤਲ ਕੀਤਾ ਗਿਆ ਉਦੋਂ ਤਾਂ ਤੁਸੀਂ ਵਿੱਚ ਹੋ, ਜਦੋਂ ਬਿੱਲ ਲੈ ਕੇ ਆਏ। ਅੱਜ ਤੁਸੀਂ ਕਹਿ ਰਹੇ ਜੇ ਅਸੀਂ ਅਸਤੀਫਾ ਦੇ ਕੇ, ਉਹ ਸਿਰਫ ਅਸਤੀਫਾ ਇੱਕ ਉਹ ਜਿਹੜਾ ਦਬਾਅ ਆ ਕਿਸਾਨ ਜਥੇਬੰਦੀਆਂ ਦੀਆਂ ਤੇ ਨਾਲ ਜਿਹੜਾ ਇਹਨਾਂ ਦਾ ਵਪਾਰ ਆ ਪੰਜਾਬ ਦੇ ਵਿੱਚ, ਉਹਨੂੰ ਲੈ ਕੇ ਇਹਨਾਂ ਬਚਾਉਣ ਵਾਸਤੇ, ਆਪਣੇ ਘਰ-ਬਾਰ 'ਚ ਵੜਨ ਲਈ, ਪਿੰਡਾਂ 'ਚ ਜਾਣ ਵਾਸਤੇ, ਇੱਕ ਰਾਜਨੀਤਿਕ ਆਪਣੀ ਹੋਂਦ ਬਚਾਉਣ ਵਾਸਤੇ ਇਹਨਾਂ ਨੇ ਰਿਜ਼ਾਈਨ ਕੀਤਾ। ਇਹਨਾਂ ਨੇ ਕੋਈ ਸਟੇਟਸਮੈਨ ਤੌਰ ਤੇ ਨਹੀਂ ਰਿਜ਼ਾਈਨ ਕੀਤਾ ਕਿ ਮੈਂ ਮਤਲਬ ਮੈਨੂੰ ਅੱਜ ਪਤਾ ਲੱਗਾ ਸੀ ਮੇਰੀ ਹਾਂ ਉਦਣ ਕਿਤੇ ਕੀਤਾ ਹੁੰਦਾ ਤੇ ਨਾ ਕਾਂਗਰਸ ਕੋ ਕੋਈ ਕਰਨ ਜੋਗੀ ਗੱਲ ਸੀ, ਨਾ ਕਿਸਾਨ ਜਥੇਬੰਦੀਆਂ ਕੋ ਕਰਨ ਜੋਗੀ ਗੱਲ ਸੀ, ਤੇ ਅੱਜ ਇਹ ਬਿੱਲ ਵੀ ਨਾ ਮਤਲਬ ਪਾਸ ਵੀ ਨਾ ਹੁੰਦਾ, ਕਿਉਂਕਿ ਫਿਰ ਇੱਕ ਐਜੀਟੇਸ਼ਨ ਇਕੱਠੇ ਹੋ ਕੇ ਲੜਦੇ। ਉਹਨਾਂ ਕਿਸਾਨ ਜਥੇਬੰਦੀਆਂ ਨੂੰ ਇਹਨਾਂ ਨੂੰ ਮਨਾਉਣ ਤੇ ਜ਼ੋਰ ਨਾਲ ਲਾਉਣਾ ਪੈਂਦਾ ਜਿੰਨਾ ਇਹ ਉੱਥੇ ਲਾਉਂਦੇ ਰਹੇ ਇਹਨਾਂ ਨੂੰ ਮਨਾਉਣ ਤੇ। लेकिन अकाली दल कह रहा है कि कांग्रेस इस पूरे मुद्दे पर राजनीति कर रही है, क्योंकि जब इस बिल को लेकर जब चर्चा की जा रही थी तो मुख्यमंत्री उस बैठक में मौजूद थे और इस बिल का सपोर्ट किया था। ਮੁੱਖ ਮੰਤਰੀ ਨੇ ਕੋਈ ਬਿੱਲ ਦੀ ਸਪੋਰਟ ਨਹੀਂ ਕੀਤੀ। ਮੁੱਖ ਮੰਤਰੀ ਸਾਹਿਬ ਬੈਠਕ 'ਚ ਮੌਜੂਦ ਨਹੀਂ ਸਨ। ਇਹ ਰਾਜ ਮਿਨਿਸਟਰ ਨੇ, ਜਿਹੜੇ ਸਟੇਟ ਮਿਨਿਸਟਰ ਸੀ ਸਾਡੇ, ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਵੀ ਕਿਹਾ ਕਿ ਮਨਪ੍ਰੀਤ ਬਾਦਲ ਸਨ। ਲਿਖਤੀ ਤੌਰ ਤੇ ਜਿਹੜੇ ਉਹਨਾਂ ਦੇ ਸੈਕਟਰੀ ਸਨ, ਜਿਨ੍ਹਾਂ ਨੇ ਇਹਦਾ ਜਿਹੜੀਆਂ ਵੀ ਗੱਲਾਂ ਉੱਥੇ ਹੋਈਆਂ ਉਹਨਾਂ ਦਾ ਵਿਰੋਧ ਲਿਖਤੀ ਤੌਰ ਤੇ ਦਰਜ ਕੀਤਾ। ਕੋਈ ਇਹ ਨਹੀਂ ਮੈਂ ਕਹਿ ਰਿਹਾ ਕਿ ਕਿਸੇ ਚੈਨਲ ਤੇ ਜਾ ਕੇ ਕਹਿ ਦਿੱਤਾ ਜਾਂ ਵਰਬਲੀ ਕਿਹਾ ਸੀ, ਨਾ, ਲਿਖਤੀ ਤੌਰ ਤੇ ਉਹਨਾਂ ਨੇ ਜਿਹੜੀਆਂ ਬਿੱਲ ਦੀ ਗੱਲ ਨਹੀਂ ਹੋਈ ਕਿ ਬਿੱਲ ਲੈ ਕੇ ਆਉਣਾ ਹੈ, ਉਹਨਾਂ ਨੇ ਕਿਹਾ ਕਿ ਆਹ ਚੀਜ਼ਾਂ ਦਾ ਅਸੀਂ ਸੁਧਾਰ ਪ੍ਰਾਈਵੇਟ ਇੱਦਾਂ ਕਰਨਾ ਚਾਹੁੰਦੇ। ਇਹਨਾਂ ਨੇ ਕਿਹਾ, ਇਹ ਵਿਰੋਧ ਕੀਤਾ ਕਿ 2-2.5 ਏਕੜ ਵਾਲਾ ਕਿਸਾਨ ਇਹਦੇ 'ਚ ਮਾਰਿਆ ਜਾਊਗਾ। ਕਿਸਾਨ ਨੂੰ ਬਿਲਕੁਲ ਅੱਗੇ ਇੰਨੀਆਂ ਆਫਤਾਂ ਦੇ ਨਾਲ ਚੁੰਝਣ ਵਾਸਤੇ ਮੁਕਾਬਲਾ ਕਰਨਾ ਪੈ ਰਿਹਾ। ਇਹ ਬਿਲਕੁਲ ਕਿਸਾਨਾਂ ਦੇ ਹੱਕ 'ਚ ਨਹੀਂ ਗਾ। ਇਹ ਚੀਜ਼ਾਂ ਨਹੀਂ ਉਹਨਾਂ ਨੇ ਡਿਸਕਸ ਕੀਤੀ ਹਾਈ ਪਾਵਰ ਕਮੇਟੀ 'ਚ। ਉੱਥੇ ਕਾਂਗਰਸ ਪਾਰਟੀ ਨੇ ਵਿਰੋਧ ਦਰਜ ਆਪਣਾ ਲਿਖਤੀ ਤੌਰ ਤੇ ਕਰਾ ਕੇ ਆਈ ਹੈ, ਨਾ ਕਿ ਤੁਸੀਂ ਇਹ ਕਹੋ ਕਿ ਕੋਈ ਵਰਬਲੀ ਗੱਲ ਹੈ। ਔਰ ਮੈਂ ਫਿਰ ਕਹਿ ਦਿੰਦਾ ਹੈ, ਉੱਥੇ ਕੋਈ ਬਿੱਲ ਬਣਾਉਣ ਦੀ ਚਰਚਾ ਨਹੀਂ ਸੀ ਹੋਈ। ਉਹ ਕਿਸਾਨ ਨੀਤੀਯੋਗ ਕਿਸਾਨਾਂ ਦੀਆਂ ਕਿ ਹੋਰ ਵੀ ਜਿੰਨੇ ਵੀ ਦੇਸ਼ ਨੂੰ ਚਲਾਉਣ ਵਾਸਤੇ ਉਦਯੋਗਿਕ ਇਕਾਈਆਂ ਨੇ ਜਾਂ ਹੋਰ ਵੀ ਚੀਜ਼ਾਂ ਨੇ, ਉਹਨਾਂ ਦੀਆਂ ਮੀਟਿੰਗਾਂ ਸਮੇਂ-ਸਮੇਂ ਤੇ ਕਰਦਾ ਰਹਿੰਦਾ ਹੈ। पर बिल लैके आउणगे ये थोड़ा ना किसी को पता सी, ये तो इन्हां नूं ही पता सी। उजला जी, किसान सड़कों पर हैं, पंजाब में जगह जगह प्रदर्शन किए जा रहे हैं, क्या कांग्रेस उनका सपोर्ट करने धरने प्रदर्शन में शामिल होगी? बिल्कुल जी, किसान दे नाल कांग्रेस शुरू तो खड़ी है, अज दे नहीं। चाहे पानियां दा मसला होवे तां पंजाब दी कांग्रेस कैप्टन साहब किसान दे नाल खड़े, अज मसला आ तां किसान दे नाल खड़े। जे यूपी 'ਚ ਜ਼ਮੀਨਾਂ ਅਧਿਗ੍ਰਹਿਣ ਕਰਨ ਦੀ ਗੱਲ ਆਈ ਤੇ ਰਾਹੁਲ ਗਾਂਧੀ ਜੀ, ਤੁਹਾਨੂੰ ਪਤਾ, ਮੰਦਸੌਰ ਵਿਖੇ ਸਾਰੇ ਜਾ ਕੇ ਉਹਨਾਂ ਨੇ ਧਰਨੇ ਦਿੱਤੇ। ਜੇ ਯੂਪੀਏ ਗੌਰਮੈਂਟ ਦੇ ਵਿੱਚ ਕਿਸਾਨ ਦੇ ਹੱਕ 'ਚ ਬਿੱਲ ਬਣਾਏ, 75,000 ਕਰੋੜ ਦਾ ਕਰਜ਼ਾ ਉਦੋਂ ਕਿਸਾਨ ਦਾ ਮਾਫ ਕੀਤਾ। ਕੈਪਟਨ ਸਾਹਿਬ ਨੇ ਸਰਕਾਰ ਬਣਦਿਆਂ ਜਿੰਨਾ ਖਜ਼ਾਨੇ ਨੇ ਇਜਾਜ਼ਤ ਦਿੱਤੀ ਕਰਜ਼ਾ ਮਾਫ ਕੀਤਾ। ਸੋ ਕਿਸਾਨ ਦੇ ਹੱਕ 'ਚ ਕਾਂਗਰਸ, ਚਾਹੇ ਹੁਣ ਕਿਸਾਨ ਸੰਘਰਸ਼ ਕਰੇ, ਜਦੋਂ ਵੀ ਸੰਘਰਸ਼ ਕਰੇ, ਕਾਂਗਰਸ ਹਮੇਸ਼ਾ ਉਹਦੇ ਨਾਲ ਹੈ। ਹਾਂ, ਕਿਸਾਨ ਜਿਹੜਾ ਆ ਉਹ ਕਿਸੇ ਪਾਰਟੀ ਤੋਂ ਉੱਪਰ ਉੱਠ ਕੇ ਜਿਹੜਾ ਸੰਘਰਸ਼ ਹੈ, ਜਥੇਬੰਦੀਆਂ ਹਮੇਸ਼ਾ ਕਰਦੀਆਂ ਨੇ। ਉਹ ਕਾਂਗਰਸ ਨੂੰ ਕਿੰਨਾ ਨਾਲ ਲੈ ਕੇ ਚੱਲਦੇ ਉਹਨਾਂ ਤੇ, ਪਰ ਕਾਂਗਰਸ ਉਹਨਾਂ ਨੂੰ ਸਮਰਥਨ ਹਮੇਸ਼ਾ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਜਿੱਥੇ ਜਾਇਜ਼ ਨੇ ਉਹ ਸਾਰੇ ਹਮੇਸ਼ਾ ਕਰਦੀ ਹੈ। ਪਰ ਇਸ ਵੇਲੇ ਤੇ ਜਿਹੜਾ ਵੱਡਾ ਇੱਕ ਭਿਅੰਕਰ ਕਰੋਨਾ ਮਹਾਮਾਰੀ ਤੋਂ ਬਾਅਦ ਜਿਹੜੀ ਬਿੱਲਾਂ ਦੀ ਮਹਾਮਾਰੀ ਪੈਣੀ ਆ, ਉਹਦੀ ਚਿੰਤਾ ਤੇ ਵੈਸੇ ਹੀ ਬਹੁਤ ਜ਼ਿਆਦੀ ਹੈ ਸਾਨੂੰ। लेकिन ओजला जी, मेरा आखिरी सवाल ये है कि 2022 में पंजाब के अंदर विधानसभा चुनाव आने वाले हैं। शिरोमणि अकाली दल ने इस बिल को देखते हुए इस्तीफा दे दिया है केंद्रीय मंत्रिमंडल से। इधर पंजाब में भी धरने प्रदर्शन हो रहे हैं, कांग्रेस भी साथ में है, वहीं आम आदमी पार्टी भी किसानों के साथ में है। क्या इस बिल को लेकर 2022 के चुनाव में चुनावी मुद्दा बना सकती है?
देखो ये अजे बड़ी लंबी या कांग्रेस को या किसानों को इस्तेमाल करना चाहती है? नहीं देखो ये बड़ी लंबी गल है, ये तो उदों पता लगना किहड़ा चुनावी मुद्दा बनता किहड़ा नहीं बनता। मैं एक गल बड़ी स्पष्ट करना चाहुंदा, इन्हां मिनिस्ट्री छड्डी है, एनडीए नहीं छड्डिया, ना इन्हां लोक सभा छड्डी। इन्हां नूं जिद्दन एनडीए छड्डणगे ते फिर उस तो बाद धरातल स्थिति क्लीयर होਊਗੀ कि किन्ना ये उहदे पक्ष च हैगे जां नहीं हैगे। पर इस वेले ਜਿਹੜੀ ਰਾਜਨੀਤਿਕ ਤੌਰ ਤੇ ਗੱਲ ਕਰਨੀ, ਮੈਂ ਸਮਝਦਾ ਕਿਸੇ ਨੂੰ ਵੀ ਰਾਜਨੀਤਿਕ ਰੋਟੀਆਂ ਨਹੀਂ ਸਿੱਕਣੀਆਂ ਚਾਹੀਦੀਆਂ। ਪਰ ਕਿਉਂਕਿ ਜੇ ਅਸੀਂ ਗੱਲ ਕਰਾਂਗੇ, ਕੁਦਰਤੀ ਗੱਲ ਹੈ ਕਾਂਗਰਸ ਪਾਰਟੀ ਤੋਂ ਆ ਚੁਣਿਆ ਮੈਂਬਰ ਪਾਰਲੀਮੈਂਟ ਹੈ, ਉਹਨੂੰ ਕੋਈ ਰਾਜਨੀਤੀ ਦੀ ਗੱਲ ਕਰ ਲਓ ਜਾਂ ਕਿਸੇ ਦੀ ਗੱਲ ਕਰ ਲਓ, ਪਰ ਸਾਰਥਿਕ ਗੱਲ ਹੋਏਗੀ, ਕੋਈ ਗਲਤ ਗੱਲ ਨਹੀਂ ਹੋਏਗੀ। ਸਾਰਥਿਕ ਜਿਹੜੀ ਸਮਾਜ ਨੂੰ ਅੱਗੇ ਲਿਜਾਣ ਵਾਲੀ, ਜਿਹੜੀ ਕਿਸਾਨ ਨੂੰ ਠੀਕ ਕਰ ਸਕਦੀ ਹੈ, ਜਿਹੜੀ ਸਾਡੇ ਸਾਰੀ ਸੁਸਾਇਟੀ ਨੂੰ ਠੀਕ ਕਰ ਸਕਦੀ, ਖੇਤ ਮਜ਼ਦੂਰ ਦੀ ਕੋਈ ਗੱਲ ਕਰ ਸਕਦੀ, ਉਹ ਗੱਲ ਜਿਹੜੀ ਹੈ ਸਾਡੀ ਪਾਰਟੀ ਪਹਿਲੋਂ ਵੀ ਕਰਦੀ ਹੈ, ਸਾਡੀ ਹੁਣ ਵੀ ਕਰਦੀ, 2022 ਕੀ 24 ਕੀ ਜਿੰਨੀਆਂ ਵੀ ਇਲੈਕਸ਼ਨਾਂ ਅੱਗੇ ਆਉਣਗੀਆਂ ਉਹ ਹਮੇਸ਼ਾ ਪਿੱਛੋਂ ਤੋਂ ਵੀ ਕਰਦੀ है, ਅੱਗੇ भी करेगी। तो बिल्कुल हाँ, ये थे लोकसभा सांसद गुरजीत सिंह औजला जो कह रहे हैं किसानों के साथ खड़े हैं और उनके साथ विरोध प्रदर्शन लगातार करते रहेंगे। दिल्ली से कमल कुमार कंसल, नवोदय टाइम्स, पंजाब केसरी टीवी।